ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸ਼ੀਸ਼ਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸ਼੍ਰੀ ਮੁਖਵਾਕ ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬੜੀ ਖਿਆਲ। गाहे ननी की कार करदम, मम नीचनी अहवाल। जुगो जुग अटल शब गुरु, चबर छतर तख्त दे मालक, धन साहिब श्री गुरु ग्रंथ साहिब महाराज, तिन्हां दी बरकतमई पावन हजूरी अंदर धन धन साहिबजादा बाबा जुझार सिंह जी, तिन्हां दे पावन जन्म दिहाड़े नूं मुख रखदिआं संध्या वक्त तो सजे पावन दीवान, तिन्हां दी हाज़री भर रहे गुरु सवारे गुरु प्यारे सतसंगी जन वडभागे हो। सतगुरां दी मुबारक हजूरी अंदर बैठ के शुभ गुणां नूं प्राप्त करन दा सुभाग सतगुरु जी ने बख्शिश कीता है। चल रही लड़ीवार श्री गुरु प्रताप सूरज ग्रंथ की कथा, जिस कथा विच धन गुरु नानक पातशाह महाराज जी दे बाल जीवन दे विच कौतक
ਅਤੇ ਜੋ ਪਰਉਪਕਾਰ ਨੇ ਤਿਨਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਜਿਵੇਂ ਸਰਵਣ ਕੀਤਾ, ਮੌਲਵੀ ਸਾਹਿਬ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਲੰਗ ਰਾਗ ਦੇ ਵਿੱਚ ਪਾਵਨ ਸ਼ਬਦ ਦੇ ਰਾਹੀਂ ਜੋ ਸਿੱਖਿਆ ਦੇ ਰਹੇ ਨੇ ਤੇ ਨਾਲ ਸਮਝਾ ਰਹੇ ਨੇ ਕਿ 100 ਸਾਲ ਦੀ ਆਰਬਲਾ ਉਮਰ ਮਨੁੱਖ ਕਿਵੇਂ ਜਿਹੜਾ ਹੈ ਬਤੀਤ ਕਰ ਜਾਂਦਾ ਹੈ। ਤੇ ਅੱਗੇ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਜੋ 2 ਬੰਦ ਰਹਿੰਦੇ ਸਨ ਤਿਨਾਂ ਨੂੰ ਉਚਾਰਨ ਕਰਕੇ ਜੋ ਸਿੱਖਿਆ ਦੇਣੀ ਹੈ, ਆਓ ਮਨ ਬਿਰਤੀਆਂ ਨੂੰ ਕਰੋ ਇਕਾਗਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖ ਵਾਕ ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ। ਸਤਿਗੁਰੂ ਜੀ ਨੇ ਆਪਣੇ ਆਪ ਤੇ ਗੱਲ ਟਿਕਾ ਕੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ 4 ਦਿਨ ਮੈਂ ਲਾਲਚ ਵਿੱਚ ਭਟਕਦਾ ਹਾਂ, ਫਿਰ ਮਾੜਾ ਚਿਤਵਦਾ ਹਾਂ ਤੇ ਫਿਰ ਉਹ ਚਿਤਵਿਆ ਹੋਇਆ ਮਾੜਾ ਫਿਰ ਮੈਂ ਕਰਦਾ ਹਾਂ। ਕਾਹੇ ਨਨੀ ਕੀ ਕਾਰ ਕਰਦਮ, ਮਮ ਨੀਚਿਨੀ ਅਹਵਾਲ। ਮੈਂ ਕਦੇ ਵੀ ਚੰਗੇ ਅਮਲ ਚੰਗੇ ਗੁਣ ਜਿਹੜੇ ਹੈ ਉਹ ਕਮਾਏ ਨਹੀਂ ਤੇ ਮੇਰੀ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਹੈ। ਇਹ ਸਮਝਾਉਣ ਵਾਸਤੇ ਤੇ ਮੈਂ ਕਈ ਵਾਰਾਂ ਇਹ ਬੇਨਤੀ ਕੀਤੀ ਹੈ, ਅਸੀਂ ਜਦੋਂ ਕਿਸੇ ਨੂੰ ਡਾਇਰੈਕਟ ਇੱਕ ਗੱਲ ਕਵਾਂਗੇ ਨਾ, ਕੋਈ ਵੀ ਉਹਨੂੰ ਚੁੱਭਦੀ ਹੈ। ਜਿਵੇਂ ਸੈਕੰਡ ਪਰਸਨ ਨੂੰ ਮੈਂ ਕਹਿ ਦੇਵਾਂ ਕਿ ਹਾਂ ਭਾਈ ਤੁਸੀਂ ਇੱਦਾਂ ਦੇ ਹੋ, ਅਗਲਾ ਗੁੱਸਾ ਕਰੇਗਾ। ਇਸ ਕਰਕੇ ਗੁਰੂ ਸਾਹਿਬ ਜੀ ਦਾ ਇਹ ਤਰੀਕਾ ਹੈ ਇੱਕ ਪ੍ਰਕਾਰ ਦਾ ਮਨੁੱਖਤਾ ਨੂੰ ਜਿਹੜਾ ਸੇਧ ਦੇਣ ਵਾਸਤੇ। ਹੁਣ ਸਤਿਗੁਰੂ ਜੀ ਜੋ ਇੱਥੇ ਕਹਿ ਰਹੇ ਨੇ ਸ਼ਬਦ ਦੇ ਵਿੱਚ, ਤੇ ਜੀਵਨ ਦੇ ਵਿੱਚ ਉਹਨਾਂ ਦੇ ਕੋਈ ਲਾਲਚ ਨਹੀਂ, ਕੋਈ ਮਾੜਾ ਨਹੀਂ ਚਿਤਵਦੇ, ਕਿਸੇ ਦਾ ਮਾੜਾ ਨਹੀਂ ਕਰਦੇ, ਅਮਲ ਸ਼ੁਭ ਹੀ ਜਿਹੜਾ ਹੈ ਉਹਨਾਂ ਦੇ ਨੇ। ਪਰ ਫਿਰ ਵੀ ਮਨੁੱਖ ਦੇ ਹਾਲਾਤਾਂ ਨੂੰ ਜਿਹੜਾ ਹੈ ਮੁੱਖ ਰੱਖ ਕੇ ਮਾਲਕ ਕਹਿਣ ਲੱਗੇ, ਮਨੁੱਖ ਜਿਹੜਾ ਹੈ ਲਾਲਚ ਦਿਨ ਪ੍ਰਤੀ ਦਿਨ ਕਰਦਾ ਹੈ, ਮਾੜਾ ਇਹ ਸੋਚਦਾ ਹੈ ਤੇ ਮਾੜਾ ਇਹ ਕਰਦਾ ਹੈ, ਤੇ ਚੰਗੇ ਅਮਲ ਜਿਹੜਾ ਹੈ ਚੰਗੇ ਗੁਣ ਇਹ ਇਕੱਤਰ ਨਹੀਂ ਕਰਦਾ। ਚੌਪਈ ਬਦੀ ਖਿਆਲ ਨਿਸਬਾ ਸੁਰ ਮਾਹੀ, ਕਰਤ ਰਹਿਤ ਕੁਛ ਜਾਣਤ ਨਾਹੀ। ਮਨੁੱਖ ਦਿਨ ਰਾਤ ਭੈੜੇ ਖਿਆਲਾਂ ਵਿੱਚ ਗ੍ਰਸਿਆ ਰਹਿੰਦਾ ਹੈ। ਭੈੜੇ ਖਿਆਲ, ਕਿਸੇ ਦਾ ਮਾੜਾ ਸੋਚ ਲੈਣਾ ਤੇ ਦਿਨ ਪ੍ਰਤੀ ਦਿਨ ਇਹਨਾਂ ਖਿਆਲਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਹੜਾ ਹੈ ਵਿਅਰਥ ਬਤੀਤ ਕਰ ਰਿਹਾ ਹੈ। ਉਹ ਕੁਝ ਕਰਦਾ ਰਹਿੰਦਾ ਹੈ ਜਿਸ ਬਾਰੇ ਅਸਲ ਦੇ ਵਿੱਚ ਉਹ ਕੁਝ ਜਾਣਦਾ ਹੀ ਨਹੀਂ। ਮਨ ਦੇ ਵਿੱਚ ਉਹ ਸੋਚੀ ਜਾਏਗਾ, ਉਹ ਖਿਆਲ ਲਈ ਆਏਗਾ ਜਿਹੜਾ ਇਹਨੇ ਕਦੀ ਜਿਹੜਾ ਹੈ ਵੇਖਿਆ ਨਾ ਹੋਵੇ ਜਾਂ ਕੀਤਾ ਨਾ ਹੋਵੇ, ਸੋਚਿਆ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਖਿਆਲ ਮਨੁੱਖ ਆਪਣੀ ਸੁੱਤ ਦੇ ਵਿੱਚ ਬਣਾਉਂਦਾ ਹੈ। ਚਿੰਤਾ ਮਨ ਕੋ ਤਜੇ ਗਵਾਰਾ, ਕਾਛ ਲੈ ਕਰ ਜਤਨ ਅਪਾਰਾ। ਜਿਹੜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਚਿੰਤਾ ਨੂੰ ਦੂਰ ਕਰਨ ਵਾਲੀ ਮਣੀ ਹੈ, ਕਹਿਣ ਤੋਂ ਭਾਵ ਹਰ ਇੱਕ ਮੁਰਾਦ ਜਿਹੜਾ ਪ੍ਰਮਾਤਮਾ ਪੂਰੀ ਕਰਦਾ ਹੈ, ਗੁਰੂ ਪੂਰੀ ਕਰਦਾ ਹੈ, ਉਹਨੂੰ ਤੇ ਛੱਡ ਬੈਠਾ ਹੈ। ਤਜੇ ਗਵਾਰਾ, ਮੂਰਖ ਮਨੁੱਖ ਪਰਮਾਤਮਾ ਨੂੰ ਭੁਲਾਈ ਬੈਠਾ ਹੈ। ਕਾਚ ਲੈ ਕਰ ਜਤਨ ਅਪਾਰਾ, ਜਿਹੜੀਆਂ ਚੀਜ਼ਾਂ ਰਹਿਣ ਵਾਲੀਆਂ ਨਹੀਂ, ਕੱਚ ਦੇ ਸਮਾਨ ਨੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਲਈ ਇਹਦੇ ਕੋਲ ਬੜੇ ਯਤਨ ਨੇ ਤੇ ਉਹਦੇ ਵਾਸਤੇ ਬੜੇ ਤਰੀਕੇ ਲੱਭਦਾ ਫਿਰਦਾ ਹੈ ਕਿ ਹਾਂ। ਤੇ ਇਹ ਤੁਸੀਂ ਆਮ ਜਿਹੜਾ ਹੈ ਸੰਸਾਰ ਅੰਦਰ ਵਿਚਰਦੇ ਹੋਏ ਵੇਖਦੇ ਹੋ। ਜਿੱਥੇ ਜਿਹੜਾ ਹੈ ਜੇਕਰ ਧਰਮ ਦੀ ਗੱਲ ਆਉਂਦੀ ਹੈ, ਸੱਚ ਦੀ ਗੱਲ ਆਉਂਦੀ ਹੈ, ਪੁੰਨ ਦੀ ਗੱਲ ਆਉਂਦੀ ਹੈ, ਉਦੋਂ ਮਨੁੱਖ ਜਿਹੜਾ ਹੈ ਪਿਛਾਂਹ ਪੈਰ ਹਟਾਉਂਦਾ ਹੈ।
ਜਿੱਥੇ ਆਪਣਾ ਲਾਭ ਹੈ, ਜਿੱਥੇ ਕੁਝ ਮਿਲਣਾ ਹੈ, ਤੇ ਉੱਥੇ ਭਾਵੇਂ ਕੋਈ ਮਾੜਾ ਵੀ ਕਰਮ ਹੋਵੇ ਤੇ ਮਨੁੱਖ ਛੇਤੀ ਤੋਂ ਕਦਮ ਚੁੱਕਦਾ ਹੈ ਕਿ ਹਾਂ ਮੈਂ ਪਹਿਲਾਂ ਪ੍ਰਾਪਤ ਕਰ ਲਵਾਂ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਰਤਨ ਛਾੜ ਕੌਡੀ ਸੰਗ ਰਚੈ। ਪੜ੍ਹਦੇ ਹੋ ਸੁਖਮਨੀ ਸਾਹਿਬ, ਨਾਮ ਰੂਪ ਰਤਨ ਨੂੰ ਛੱਡ ਰਿਹਾ ਤੇ ਕੌਡੀ ਜਿਹੜਾ ਹੈ ਭਾਵ ਇਹ ਮਾਇਆ ਹੈ, ਕੌਡੀਆਂ ਜਿਹੜੀਆਂ ਨੇ ਇਹਨਾਂ ਪਿੱਛੇ ਲੱਗਾ ਫਿਰਦਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੇ। ਸ਼ਰਮ ਦਾ ਅਰਥ ਮਿਹਨਤ। ਕਹਿੰਦੇ ਜਿਹੜੀ ਚੀਜ਼ ਛੱਡ ਕੇ ਜਾਣੀ ਹੈ ਨਾ ਉਹਦੇ ਪ੍ਰਤੀ ਦੱਬ ਕੇ ਮਿਹਨਤ ਕਰਦਾ। ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੈ। ਜਿਹੜਾ ਕੋਲ ਹੈ ਉਹਨੂੰ ਇਹ ਦੂਰ ਭੇਜੀ ਜਾਂਦਾ ਹੈ। ਰੱਬ ਹਮੇਸ਼ਾ ਕੋਲ ਹੈ, ਗੁਰੂ ਹਮੇਸ਼ਾ ਕੋਲ ਹੈ, ਪਰ ਮਨੁੱਖ ਨੇ ਜਿਹੜਾ ਹੈ ਕੇਵਲ ਤਾਂ ਕੇਵਲ ਧਾਰਮਿਕ ਸਥਾਨਾਂ ਤੱਕ ਸੀਮਿਤ ਰੱਖਿਆ ਹੋਇਆ ਹੈ, ਜਾਂ ਇਹਦੀ ਉਂਗਲ ਜਾਂਦੀ ਹੈ ਉੱਪਰ ਨੂੰ ਕਿ ਰੱਬ ਅਸਮਾਨ 'ਤੇ ਬੈਠਾ ਹੋਇਆ ਹੈ। ਅੰਦਰ ਤੇ ਕਦੀ ਆਪਣੇ ਵੱਲ ਨੂੰ ਤੇ ਇਸ਼ਾਰਾ ਕੀਤਾ ਹੀ ਨਹੀਂ ਮਨੁੱਖ ਨੇ। ਤੇ ਗੁਰੂ ਬਾਬਾ ਜੀ ਇੱਥੇ ਵੀ ਸਮਝਾ ਰਹੇ ਨੇ ਸੰਸਾਰ ਦੀ ਹਾਲਤ ਇੱਦਾਂ ਦੀ ਹੈ ਕਿ ਕੱਚ ਨੂੰ ਇਕੱਠਿਆਂ ਕਰ ਰਿਹਾ ਹੈ ਤੇ ਨਾਮ ਰੂਪ ਰਤਨ ਨੂੰ, ਜਿਹੜਾ ਅਮੋਲਕ ਰਤਨ ਹੈ, ਤਿਸ ਨੂੰ ਇਹ ਛੱਡ ਰਿਹਾ ਹੈ। ਸੁਰਤਰ ਕੋ ਨਿਜ ਅਜਰ ਉਖਾਰੈ, ਬਨੀ ਬਬੂਰਨ ਕੀ ਵਿਸਤਾਰੈ। ਇੱਥੇ ਫਿਰ ਉਦਾਹਰਨ ਦਿੱਤੀ। ਕਹਿੰਦੇ ਕਿ ਮਨੁੱਖ ਦੀ ਹਾਲਤ ਇੱਦਾਂ ਦੀ ਬਣ ਚੁੱਕੀ ਹੈ ਕਿ ਜਿਹੜਾ ਮੂੰਹ ਹੈ ਨਾ, ਮੂੰਹ ਮੰਗੀ ਮੁਰਾਦ ਦੇਣ ਵਾਲਾ ਜਿਹੜਾ ਅਸਲ ਦੇ ਵਿੱਚ ਕਲਪ ਵਰਕਸ਼ ਮੰਨਿਆ ਗਿਆ ਹੈ ਕਿ ਉਹਦੇ ਅੱਗੇ ਖੜੇ ਹੋ ਕੇ ਜੋ ਮੰਗੋਗੇ ਉਹ ਮਿਲ ਜਾਂਦਾ ਹੈ। ਪਰ ਸਾਡੇ ਵਾਸਤੇ ਕਲਪ ਵਰਕਸ਼ ਜਿਹੜਾ ਹੈ ਉਹ ਪਰਮਾਤਮਾ ਹੈ। ਇਹ ਆਪਾਂ ਕੱਲ ਵੀ ਸਮਝਿਆ ਸੀ ਸ਼ਾਇਦ। ਸਾਡੇ ਵਾਸਤੇ ਕਾਮਧੇਨ ਗਾਂ ਉਹ ਵੀ ਰੱਬ ਹੀ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿਣ ਲੱਗੇ ਪਰਮਾਤਮਾ ਰੂਪ ਜੋ ਕਲਪ ਵਰਕਸ਼ ਹੈ ਨਾ, ਵਿਹੜੇ ਦੇ ਵਿੱਚ ਸਾਡੇ ਹੈ, ਭਾਵ ਹਿਰਦੇ ਵਿੱਚ ਹੈ, ਉਹਨੂੰ ਇਹ ਮਨੁੱਖ ਪੁੱਟ ਰਿਹਾ ਹੈ। ਤੇ ਕਿੱਕਰਾਂ ਦੀ ਬਗੀਚੀ ਜਿਹੜੀ ਹੈ ਨਾ, ਕਿੱਕਰ ਜਿਹਨੂੰ ਕੰਡੇ ਲੱਗਦੇ ਨੇ, ਕਿੱਕਰਾਂ ਦੀ ਬਗੀਚੀ ਨੂੰ ਆਪਣੇ ਅੰਦਰ ਸਜਾ ਰਿਹਾ ਹੈ। ਆਪਣੇ ਵਿਹੜੇ ਦੇ ਵਿੱਚੋਂ, ਆਂਗਨ ਦੇ ਵਿੱਚੋਂ, ਵਿਹੜਾ ਦਾ ਭਾਵ ਹੈ ਆਂਗਨ, ਉਹਦੇ ਵਿੱਚ ਜਿਹੜਾ ਹੈ ਨਾਮ ਰੂਪ ਬੂਟਾ ਜਿਹੜਾ ਹੈ ਪਰਮਾਤਮਾ ਹੈ, ਉਹਨੂੰ ਪੁੱਟ ਰਿਹਾ ਹੈ ਮਨੁੱਖ। ਤੇ ਕਿੱਕਰ ਜਿਹੜੇ ਨੇ ਆ ਭਾਵ ਜੋ ਦੁਖਦਾਈ ਨੇ ਸਾਡੀ ਜ਼ਿੰਦਗੀ ਵਾਸਤੇ, ਜੋ ਕੁਝ ਵੀ ਹੈ ਜੋ ਦੁੱਖ ਦਿੰਦਾ ਹੈ, ਉਹਨੂੰ ਮਨੁੱਖ ਜਿਹੜਾ ਸਜਾ ਕੇ ਲਾਉਂਦਾ ਹੈ। ਤਰਕ ਸੁਧਾ ਕੋ ਹੋਏ ਸੁਰਾਪੀ, ਤਜ ਚੰਦਨ ਕੇ ਬੰਸ ਸੰਤਾਪੀ। ਅੰਮ੍ਰਿਤ ਨੂੰ ਛੱਡ ਕੇ ਸ਼ਰਾਬ ਪੀ ਰਿਹਾ ਹੈ। ਤਰਕ ਸੁਧਾ ਕੋ ਹੋਏ ਸੁਰਾਪੀ, ਅਸਲ ਦੇ ਵਿੱਚ ਅੰਮ੍ਰਿਤ ਨੂੰ ਤਿਆਗ ਕੇ ਤੇ ਇਹ ਮਨੁੱਖ ਜਿਹੜਾ ਹੈ ਸ਼ਰਾਬ ਪੀ ਰਿਹਾ ਤੇ ਚੰਦਨ ਨੂੰ ਛੱਡ ਕੇ ਜਿਹੜਾ ਹੈ ਬਾਂਸੁਰੀ ਨੇ ਪਕੜਿਆ ਹੋਇਆ। ਮਾਲਕ ਇੱਥੇ ਉਦਾਹਰਨਾਂ ਦੇ ਰਹੇ ਨੇ ਕਵੀ ਜੀ ਦੇ ਰਾਹੀਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੀ ਹਾਲਤ ਇੱਦਾਂ ਦੀ ਹੋ ਪਈ ਹੈ। ਮਨੁੱਖ ਜਿਹੜਾ ਹੈ ਦਿਨ ਪ੍ਰਤੀ ਦਿਨ ਮਾੜੇ ਪਾਸੇ ਤੁਰਿਆ ਜਾ ਰਿਹਾ ਹੈ। ਸੰਗ ਇਹਦਾ ਜਿਹੜਾ ਹੈ ਵਿਸ਼ੇ ਵਿਕਾਰਾਂ ਦੇ ਨਾਲ ਜ਼ਿਆਦਾ ਹੋ ਰਿਹਾ ਹੈ। ਅਕਾਲ ਪੁਰਖ ਦੇ ਨਾਲ, ਰੱਬ ਦੇ ਨਾਲ ਸੰਸਾਰ ਜਿਹੜਾ ਹੈ ਘੱਟ ਜੁੜ ਰਿਹਾ ਹੈ। ਇਸ ਕਰਕੇ ਇਹਨਾਂ ਨੂੰ ਅੱਜ ਜਿਹੜਾ ਹੈ ਅੰਮ੍ਰਿਤ ਕੌਰਾ, ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡਿਠੀ, ਕੂੜ ਕਪਟ ਅਹੰਕਾਰ ਡੀਝਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਨਾਮ ਕੰਨਾਂ ਵਿੱਚ ਵੀ ਪੈ ਰਿਹਾ ਹੈ ਨਾ ਨਾਮ, ਤੇ ਐਂ ਲੱਗਦਾ ਬਿਛੂ ਡੰਗ ਮਾਰ ਰਿਹਾ ਹੋਵੇ ਸਾਕਤਾਂ ਨੂੰ। ਗੁਰੂ ਸਾਹਿਬ ਜੀ ਕਹਿੰਦੇ ਇਹੋ ਜਿਹੀ ਹਾਲਤ ਹੋਈ ਪਈ ਹੈ। ਤਿਨ ਕੋ ਸੁਖ ਪ੍ਰਾਪਤ ਹੋਏ ਕੈਸੀ, ਕੈਸੇ ਹਰ ਤਜ ਵਿਸ਼ਯ ਕਹਿਤ ਜੋ ਐਸੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੁੱਖ ਫਿਰ ਕਿੱਥੇ ਨੇ? ਜਦੋਂ ਰੱਬ ਨੂੰ ਨਹੀਂ ਚੇਤੇ ਕਰਨਾ, ਉਹ
ਘਰ ਦੇ ਵਿੱਚ ਮਾਹੌਲ ਅੱਜ ਕਿਹੋ ਜਿਹਾ ਹੈ ਤੇ ਅਸੀਂ ਕਹਿੰਦੇ ਆ ਉਹ ਸਦੀਵੀ ਸੁੱਖ ਹੈ ਹੀ ਨਹੀਂ ਸਾਡੇ ਕੋਲ। ਪੈਸਾ ਵੀ ਹੈ, ਚੰਗਾ ਘਰ ਵੀ ਹੈ, ਪਰਿਵਾਰ ਵੀ ਹੈ, ਪਰ ਉੱਥੇ ਸੁੱਖ ਸ਼ਾਂਤੀ ਨਹੀਂ ਹੈਗੀ, ਆਨੰਦ ਨਹੀਂ ਹੈਗਾ, ਰਲ ਮਿਲ ਕੇ ਨਹੀਂ ਬੈਠ ਰਹੇ, ਕੋਈ ਪਿਆਰ ਦੀਆਂ ਗੱਲਾਂ ਨਹੀਂ ਕਰ ਰਹੇ। ਕਾਰਨ ਉਹਦੇ ਪਿੱਛੇ ਕੀ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਿੰਨ ਕੋ ਸੁਖ ਪ੍ਰਾਪਤ ਹੋਏ ਕੈਸੇ, ਹਰ ਤਜ ਰੱਬ ਨੂੰ ਛੱਡ ਕੇ ਵਿਸ਼ੇ ਗਹਿਤ ਜੋ ਐਸੇ, ਵਿਸ਼ੇ ਵਿਕਾਰ ਜੋ ਪਕੜ ਰਹੇ ਨੇ, ਵਿਸ਼ੇ ਵਿਕਾਰਾਂ ਨੂੰ ਆਪਣੇ ਘਰ ਦੇ ਵਿੱਚ ਜਿਹੜੇ ਮਨੁੱਖ ਬਿਠਾ ਰਹੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਸਦਾ ਦੇ ਰਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਸੁੱਖ ਕਿਵੇਂ ਆ ਸਕਦਾ ਹੈ? ਨਹੀਂ ਆਏਗਾ। ਬਿਸਰੇ ਸਭ ਹੀ ਬੈਸ ਬਤੀਤੀ, ਕਬੈ ਨ ਸੁਧ ਕੀਨੀ ਹਰ ਪ੍ਰੀਤੀ। ਇਸ ਪ੍ਰਕਾਰ ਰੱਬ ਨੂੰ ਵਿਸਾਰ ਕੇ ਸਾਰੀ ਉਮਰ ਬਤੀਤ ਕਰ ਦਿੱਤੀ। ਰੱਬ ਬੜਾ ਦਿਆਲੂ ਹੈ। ਭਗਤ ਫਰੀਦ ਜੀ ਦਾ ਬੜਾ ਪਿਆਰਾ ਇੱਕ ਸ਼ਲੋਕ ਹੈ। ਭਗਤ ਜੀ ਕਹਿੰਦੇ ਨੇ ਇਹ ਮਤਾ ਸਮਝੀ ਕਿ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ ਤੇ ਰੱਬ ਵੀ ਤੈਨੂੰ ਨਹੀਂ ਚੇਤੇ ਕਰਦਾ ਹੋਏਗਾ। ਰੱਬ ਹਰ ਵਕਤ ਤੇਰੇ ਜਿਹੜਾ ਹੈ ਉੱਪਰ ਹੈ, ਤੇਰੀ ਦੇਖ ਰੇਖ ਉਹ ਕਰ ਰਿਹਾ ਹੈ, ਭਾਵੇਂ ਤੂੰ ਉਹਨੂੰ ਚੇਤੇ ਕਰ ਤੇ ਭਾਵੇਂ ਨਾ ਕਰ। ਤੇ ਬਾਬਾ ਫਰੀਦ ਜੀ ਕਹਿੰਦੇ ਜਿੱਦਣ ਅਸਲ ਦੇ ਵਿੱਚ ਰੱਬ ਨੇ ਤੈਨੂੰ ਭੁਲਾ ਦਿੱਤਾ ਨਾ, ਤੇਰਾ ਦੁਨੀਆ ਦੇ ਵਿੱਚੋਂ ਨਾਮੋ ਨਿਸ਼ਾਨ ਹੀ ਮਿਟ ਜਾਣਾ, ਤੇਰੀ ਹਸਤੀ ਮਿਟ ਜਾਏਗੀ। ਜੋ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਜੇ ਤੂੰ ਰੱਬ ਨੂੰ ਭੁਲਾਈ ਬੈਠਾ ਹੈ ਨਾ, ਮਤਾਂ ਕਿਤੇ ਸਮਝੀ ਰੱਬ ਨਹੀਂ ਤੈਨੂੰ ਚੇਤੇ ਕਰਦਾ, ਉਹ ਤੇ ਕਰਦਾ ਹੈ, ਤਾਂ ਤੂੰ ਜਿੰਦਾ ਹੈ, ਤਾਂ ਤੂੰ ਸਾਹ ਲੈ ਰਿਹਾ ਹੈ। ਤੇ ਉਹਨੇ ਆਪਣੀ ਨਜ਼ਰ ਹਟਾ ਲਈ ਨਾ, ਇੱਕ ਸਾਹ ਵੀ ਲੈ ਕੇ ਵਿਖਾ ਦੇ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਮੰਨ ਜਾਗਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ, ਵਿਸਰੈ ਸਭ ਹੀ ਬੈਸ ਬਤੀਤੀ, ਰੱਬ ਨੂੰ ਵਿਸਾਰ ਕੇ ਸਾਰੀ ਉਮਰ ਬਤੀਤ ਕਰ ਲਈ। ਕਬੈ ਨ ਸੁਧ ਕੀਨੀ ਹਰ ਪ੍ਰੀਤੀ, ਪਰ ਕਦੀ ਵੀ ਰੱਬ ਜੀ ਦੇ ਪ੍ਰੇਮ ਦੀ ਖਬਰਸਾਰ ਨਹੀਂ ਲਈ, ਰੱਬ ਨਾਲ ਪ੍ਰੇਮ ਨਹੀਂ ਪਾਇਆ, ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਪਾਈ। ਸੁਨਤ ਮੁਲਾਨੇ ਕੇ ਮਨ ਮਾਹੀ, ਸ਼ਰਦਾ ਸੁਧ ਅਧਿਕੇ ਬਿਰਤਾਹੀ। ਮੌਲਵੀ ਜੀ ਸੁਣ ਰਹੇ ਨੇ, ਨਾਲ ਨਾਲ ਹੈਰਾਨ ਹੋ ਰਹੇ ਨੇ ਤੇ ਗੁਰੂ ਦੇ ਬਚਨ ਸੁਣੇ ਨੇ ਤੇ ਮਨ ਦੇ ਵਿੱਚ ਬਹੁਤ ਸ਼ਰਧਾ ਉਹਨਾਂ ਦੇ ਪੈਦਾ ਹੋਈ। ਬੋਲਿਓ ਬਚਨ ਬੰਦ ਕਰ ਦੋ, ਤੁਮਰੇ ਸਮਸਰ ਔਰ ਨ ਕੋ। ਇਸ ਪ੍ਰਕਾਰ ਦੋਵੇਂ ਹੱਥ ਜੋੜ ਕੇ ਮੌਲਵੀ ਜੀ ਕਹਿੰਦੇ ਤੁਹਾਡੇ ਬਰਾਬਰ ਕੋਈ ਹੈ ਹੀ ਨਹੀਂ, ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਮੂਰਤ ਪਾਕ ਅਲੇ ਪਲ ਕੀਨੀ, ਭਗਤ ਰੀਤ ਮੈਂ ਮਤ ਜੇ ਪੀਨੀ। ਮੈਂ ਅਸਲ ਦੇ ਵਿੱਚ ਤੁਹਾਨੂੰ ਜਿਨ੍ਹਾਂ ਦਾ ਕਹਿਣ ਲੱਗੇ ਕਿ ਅਸਲ ਦੇ ਵਿੱਚ ਜਿਹੜਾ ਹੈ ਮੂਰਤ ਪਾਕ ਅਲਹ ਭਨ ਕੀਨੀ, ਪਰਮਾਤਮਾ ਨੇ ਜਿਹੜਾ ਹੈ ਆਪ ਭੇਜਿਆ ਹੋਇਆ ਹੈ ਸੰਸਾਰ ਤੇ ਤੁਹਾਨੂੰ। ਅੱਲਾਹ ਨੇ ਆਪ, ਪਾਕ ਨੇ ਆਪ ਜਿਹੜਾ ਹੈ ਸੰਸਾਰ ਤੇ ਭੇਜਿਆ ਹੋਇਆ ਹੈ। ਭਗਤ ਰੀਤ ਮਹਿ ਮਤ ਜਿਹੇ ਭੀਨੀ, ਤੁਹਾਡੀ ਮਤ ਭਗਤੀ ਦੀ ਰੀਤ ਵਿੱਚ ਜਿਹੜਾ ਹੈ ਭਿੱਜੀ ਹੋਈ ਹੈ। ਤੁਸੀਂ ਭਗਤ ਵਸ਼ਲ ਹੋ, ਤੁਸੀਂ ਭਗਤੀ ਨੂੰ ਪਿਆਰ ਕਰਨ ਵਾਲੇ ਹੋ। ਅੱਲਾਹ ਪਾਕ ਨੇ ਤੁਹਾਨੂੰ ਜਿਹੜਾ ਹੈ ਸੰਸਾਰ ਤੇ, ਪਰਮਾਤਮਾ ਨੇ ਸੰਸਾਰ ਤੇ ਭੇਜਿਆ ਹੋਇਆ ਹੈ, ਆਪ ਜਪਣ ਵਾਸਤੇ ਤੇ ਹੋਰਨਾਂ ਨੂੰ ਜਪਾਉਣ ਵਾਸਤੇ। ਸੁਨ ਸ਼੍ਰੀ ਨਾਨਕ ਉਚਰੇ ਬਚਨਾ, ਗਰਭ ਹਰਨ ਕੀ ਜਿਨ ਮੈਂ ਰਚਨਾ। ਮਾਲਕ ਜੀ ਨੇ ਜਦੋਂ ਮੌਲਾਨਾ ਜੀ ਦੇ ਜਦੋਂ ਵਚਨ ਸੁਣੇ ਨੇ ਨਾ, ਮੌਲਵੀ ਜੀ ਦੀ ਗੱਲ ਸੁਣ ਕੇ ਗਰਭ ਨਾਸ਼ਕ ਗੁਰੂ ਸਾਹਿਬ ਜੀ ਨੇ, ਭਾਵ ਮਾਤਾ ਦੇ ਗਰਭ ਦੇ ਵਿੱਚ ਵੀ ਰੱਖਿਆ ਕਰਨ ਵਾਲੇ ਪ੍ਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ ਜੀ ਤੇ ਆਵਾਗਮਨ ਤੋਂ ਰਹਿਤ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ
ਸ਼ਬਦ ਦਾ ਫਿਰ ਚੌਥਾ ਬੰਦ ਉਚਾਰਨ ਕੀਤਾ ਹੈ। श्री मुख बाक बद बखत हम चो बखील गाफिल बेनजर बेबाक। ਇੱਥੇ ਜਿਹੜਾ ਹੈ ਗੁਰੂ ਸਾਹਿਬ ਜੀ ਰੱਬ ਨੂੰ ਸੰਬੋਧਨ ਕਰ ਰਹੇ ਨੇ। ਰੱਬ ਜੀ, ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ। ਰੱਬ ਜੀ, ਮੈਂ ਅਸਲ ਦੇ ਵਿੱਚ ਜਿਹੜਾ ਹੈ ਨਿਕੰਮਾ ਹਾਂ। ਹੁਣ ਕੌਣ ਕਹਿ ਲੇਗਾ ਆਪਣੇ ਆਪ ਨੂੰ? ਗੁਰੂ ਸਾਹਿਬ ਜੀ ਨੇ ਤੇ ਇੱਥੋਂ ਤੱਕ ਵੀ ਕਿਹਾ, ਨਾਨਕ ਨੀਚ ਕਹੈ ਵਿਚਾਰ। ਇਹ ਨਿਮਰਤਾ ਵਾਲੀਆਂ ਗੱਲਾਂ ਨੇ। ਜਿਨ੍ਹਾਂ ਦੇ ਹਿਰਦੇ ਨਿਮਰਤਾ ਨਾਲ ਭਰੇ ਹੋਏ ਨੇ ਨਾ, ਉਹ ਹੀ ਅਸਲ ਦੇ ਵਿੱਚ ਜਿਹੜਾ ਹੈ ਇਹੋ ਜਿਹੇ ਵਚਨ ਕਹਿ ਸਕਦੇ ਨੇ। ਨਹੀਂ ਤੇ ਆਪਣੇ ਆਪ ਨੂੰ, ਹੁਣ ਅੱਗੇ ਮਾਲਕ ਜੀ ਕੀ ਕਹਿੰਦੇ ਨੇ ਕਿ ਮੈਂ ਅਸਲ ਦੇ ਵਿੱਚ ਜਿਹੜਾ ਹੈ ਨਿਕੰਮਾ ਹਾਂ, ਮੈਂ ਕੰਜੂਸ ਹਾਂ। ਕੰਜੂਸ ਵੀ ਕਿਹਾ। ਮੈਂ ਅਚੇਤ ਹਾਂ ਤੇ ਇੱਥੋਂ ਤੱਕ ਜਿਹੜਾ ਹੈ ਬੇਸ਼ਰਮ ਹਾਂ, ਡਰ ਤੋਂ ਬਗੈਰ ਹਾਂ। ਇਹ ਸਾਰੇ ਬਚਨ ਆਪਣੇ ਤੇ ਟਿਕਾਏ ਮਾਲਕ ਨੇ। ਕਿਉਂ? ਕਿਉਂਕਿ ਇਹ ਨਿਮਰਤਾ ਦੇ ਸੂਚਕ ਨੇ। ਮੌਲਵੀ ਜੀ ਇਹ ਗੱਲ ਕਹਿ ਰਹੇ ਨੇ, ਤੁਸੀਂ ਅੱਲਾ ਸਰੂਪ ਹੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਮੈਂ ਆ ਹਾਂ, ਮੈਂ ਅਵਤਾਰੀ ਪੁਰਖ ਨਹੀਂ ਹਾਂ, ਮੇਰੀ ਹਾਲਤ ਇੱਦਾਂ ਦੀ ਹੈ। ਹੁਣ ਜਦੋਂ ਅਸੀਂ ਇਹ ਬਚਨ ਖੁਦ ਬੋਲਦੇ ਹਾਂ ਨਾ, ਤੇ ਸਾਡੇ ਅੰਦਰ ਜਿਹੜਾ ਜੋ ਹੰਕਾਰ ਦਾ ਇੱਕ ਕਿਣਕਾ ਜਿਹਾ ਉੱਠਦਾ ਨਾ, ਕੰਡਾ ਵੱਜਦਾ ਹੈ, ਉਹ ਫਿਰ ਖਤਮ ਹੋ ਜਾਂਦਾ ਹੈ। ਜਦੋਂ ਅਸੀਂ ਖੁਦ ਆਪਣੇ ਆਪ ਨੂੰ ਕਬੂਲਾਂਗੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਗੱਲ ਖਤਮ ਹੋ ਗਈ। ਫਿਰ ਮੈਨੂੰ ਭਾਵੇਂ 4 ਜਣੇ ਕਹਿਣ ਇਹ ਬੜਾ ਮਾੜਾ ਹੈ, ਹਾਂਜੀ ਮਾੜੇ ਹੈ ਜੀ। ਉੱਥੇ ਕੀ ਹੁੰਦਾ ਹੈ, ਅੰਦਰਲੀ ਜਿਹੜੀ ਈਗੋ ਹੈ ਨਾ ਫਿਰ ਮਨੁੱਖ ਦੀ, ਫਿਰ ਉਹਨੂੰ ਹਰਟ ਨਹੀਂ ਹੁੰਦਾ। ਫਿਰ ਉਹ ਫਿਰ ਉਹਨੂੰ ਜੇ ਸਤਾਉਂਦੀ ਨਹੀਂ ਹੈ, ਮੈਨੂੰ ਕਿਸੇ ਨੇ ਇੱਦਾਂ ਕਹਿ ਦਿੱਤਾ। ਬਾਬਾ ਕਬੀਰ ਜੀ ਨੂੰ ਬੜਾ ਕੁਝ ਕਿਹਾ ਤੇ ਬਾਬਾ ਕਬੀਰ ਜੀ ਕਹਿਣ ਲੱਗੇ, ਹਮ ਮੰਦੇ ਮੰਦੇ ਮਨ ਮਾਹੀ। ਅਸੀਂ ਹਾਂ ਮੰਦੇ, ਕੋਈ ਗੱਲ ਨਹੀਂ। ਸਾਂਝ ਪਾਤ ਕਾਹੂ ਸਿਉ ਨਾਹੀਂ। ਕੋਈ ਗੱਲ ਨਹੀਂ, ਕਿਸੇ ਨੇ ਸਾਂਝ ਸਾਡੇ ਨਾਲ ਰੱਖਣੀ ਹੈ ਨਹੀਂ ਰੱਖਣੀ, ਉਹਦੀ ਮਰਜ਼ੀ ਹੈ, ਕੋਈ ਗੱਲ ਨਹੀਂ। ਪਤ ਅਪਤ ਤਾਕੀ ਨਹੀਂ ਲਾਜ। ਮੈਨੂੰ ਪਤਾ ਮੈਂ ਕਿੱਦਾਂ ਦਾ। ਮੈਂ ਦੂਸਰੇ ਕੋਲੋਂ ਸਰਟੀਫਿਕੇਟ ਨਹੀਂ ਲੈਣਾ ਕਿ ਤੂੰ ਦੱਸ ਭਈ ਮੈਂ ਕਿੱਦਾਂ ਦਾ। ਜੋ ਤੁਸੀਂ ਇੱਦਾਂ ਸਰਟੀਫਿਕੇਟ ਲੈਣ ਲੱਗ ਪਏ ਨਾ, ਫਿਰ ਉੱਥੇ ਜਿਹੜਾ ਹੈ ਤੁਸੀਂ ਵੱਧ ਨਹੀਂ ਸਕਦੇ ਧਰਮ ਦੀ ਦੁਨੀਆ ਅੰਦਰ ਅੱਗੇ, ਨਾ ਸੰਸਾਰਕ ਦੁਨੀਆ ਅੰਦਰ ਹੀ ਵੱਧ ਪਾਓਗੇ। ਕਿਉਂਕਿ ਅਸੀਂ ਫਿਰ ਲੋਕਾਂ ਮੁਤਾਬਕ ਚੱਲਾਂਗੇ। ਲੋਕ ਕਹਿਣਗੇ ਤੂੰ ਠੀਕ ਹੈ, ਮੈਨੂੰ ਤਸੱਲੀ ਹੈ, ਤੇ ਲੋਕ ਕਹਿਣਗੇ ਨਹੀਂ ਇਹ ਗਲਤ ਹੈ। ਉੱਥੇ ਫਿਰ ਮੈਂ ਸੋਚਾਂਗਾ, ਵਿਚਾਰਾਂਗਾ ਇਹ ਕੀ ਗੱਲ ਹੈ, ਮੈਨੂੰ ਲੋਕ ਇੱਦਾਂ ਕਿਉਂ ਕਹਿੰਦੇ ਨੇ। ਜਦੋਂ ਮੈਨੂੰ ਪਤਾ ਹੈ, ਮੇਰੇ ਗੁਰੂ ਨੂੰ ਪਤਾ ਹੈ, ਰੱਬ ਨੂੰ ਪਤਾ ਹੈ, ਚੌਥੇ ਬੰਦੇ ਦੀ ਕੋਈ ਗੱਲ ਹੀ ਨਹੀਂ। ਉੱਥੇ ਕੀ ਹੋਏਗਾ? ਪਤ ਪਤ ਤਾਕੀ ਨਹੀਂ ਲਾਜ। ਬਾਬਾ ਕਬੀਰ ਜੀ ਕਹਿੰਦੇ ਭਾਵੇਂ ਮੇਰੀ ਕੋਈ ਇੱਜ਼ਤ ਕਰ ਲਵੇ, ਭਾਵੇਂ ਮੈਨੂੰ ਕੋਈ ਬੇਇੱਜ਼ਤ ਕਰ ਦੇਵੇ, ਕੋਈ ਗੱਲ ਨਹੀਂ। ਤਬ ਜਾਣੋਗੇ ਜਬ ਉਘਰੇ ਗੋਪਾਜ। ਤੁਸੀਂ ਉਦੋਂ ਜਾਣੋਗੇ ਲੋਕੋ ਜਦੋਂ ਅਸਲ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹ ਨਾ ਹੋਇਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨਿਮਰਤਾ ਦੀ ਮੂਰਤ ਨੇ, ਤੇ ਉਹ ਕਹਿ ਰਹੇ ਨੇ ਤੁਸੀਂ ਅੱਲਾ ਹੋ, ਤੁਸੀਂ ਰੱਬ ਹੋ, ਇੱਦਾਂ ਦੀਆਂ ਗੱਲਾਂ। ਹੁਣ 4 ਸ਼ਬਦ ਜੇਕਰ ਸਾਡੀ ਵਡਿਆਈ ਦੇ ਵਿੱਚ ਕੋਈ ਕਹਿ ਦੇਵੇ ਨਾ, ਤੇ ਅਸੀਂ ਕਹਿੰਦੇ ਹਾਂ, ਅਸੀਂ ਤੇ ਆਪਣੇ ਪੈਰ ਵੀ ਜਿਹੜਾ ਹੈ ਭੁੰਜੇ ਨਹੀਂ ਸਮਝਦੇ ਕਿ ਹਾਂ ਲੱਗੇ ਹੋਏ ਨੇ ਕਿ ਨਹੀਂ। ਮੈਂ ਤੇ ਅਸਮਾਨ 'ਤੇ ਉਡਾਰੀਆਂ ਮਾਰ ਰਿਹਾ ਹੁੰਦਾ ਕਿ ਭਾਈ 4 ਲੋਕਾਂ ਨੇ ਮੇਰੀ ਵਡਿਆਈ ਕਰ ਦਿੱਤੀ, ਇਹ ਬੜਾ ਭਲਾ ਹੈ, ਚੰਗਾ ਹੈ। ਉਹ ਹੀ ਚੀਜ਼ ਨਹੀਂ ਸਮਾਈ ਜਾ ਰਹੀ ਮਨੁੱਖ ਦੇ ਅੰਦਰ। ਇਸ ਲਈ ਗੁਰੂ ਸਾਹਿਬ ਜੀ ਆਹ ਚੀਜ਼ ਅੰਦਰ ਨਾ ਆਵੇ, ਈਗੋ ਨਾ ਆਵੇ, ਹੰਕਾਰ ਨਾ ਆਵੇ। ਇਸ ਕਰਕੇ ਬਚਨ ਮਾਲਕ ਜੀ ਨੇ ਖੁਦ ਆਪਣੇ 'ਤੇ ਟਿਕਾ ਕੇ ਕਿਹਾ ਮੈਂ ਇੱਦਾਂ ਦਾ ਹਾਂ ਅਤੇ ਇੱਦਾਂ ਦਾ ਹੀ ਰਹਿਣ ਦਿਓ। ਇਸ ਲਈ ਜਿਹੜਾ ਹੈ ਭਾਵੇਂ ਕੋਈ ਮਾਲਕ ਦੀ ਇੱਜ਼ਤ ਕਰ ਰਿਹਾ ਸੀ, ਭਾਵੇਂ ਕੋਈ ਇਨਸਲਟ ਕਰ ਰਿਹਾ ਸੀ, ਸਤਿਗੁਰੂ ਜੀ ਇੱਕ ਸਮਾਨ ਨੇ। ਜਿਵੇਂ ਇੱਕ ਬਚਨ ਹੈ, ਤੁਹਾਨੂੰ ਯਾਦ ਹੈ ਸਾਰਿਆਂ ਨੂੰ। ਹੁਣ ਇੱਥੇ ਅੱਲਾ ਕਿਹਾ ਜਾ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਕੋਈ ਭੂਤਨਾ ਕਹਿ ਰਿਹਾ ਮੈਨੂੰ, ਕੋਈ ਕਹਿੰਦਾ ਪਾਗਲ ਹੈ,
ਕੋਈ ਕੁਛ ਕਹਿ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕੋਈ ਨਹੀਂ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਦੇ ਵਿੱਚ, ਪ੍ਰੀਤ ਵਿੱਚ ਚੱਲਾ ਹੋਇਆ, ਕੋਈ ਗੱਲ ਨਹੀਂ, ਸੰਸਾਰ ਕਹਿੰਦਾ ਕਹਿਣ ਦਿਓ। ਤੇ ਮਾਲਕ ਜੀ ਇੱਥੇ ਕਹਿ ਰਹੇ ਨੇ ਮੈਂ ਇਦਾਂ ਦਾ ਹਾਂ। ਨਾਨਕ ਬਗੋਇ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇਸ ਲਈ ਜਿਹੜਾ ਹੈ ਗੁਰੂ ਸਾਹਿਬ ਜੀ ਕਹਿੰਦੇ ਮੈਂ ਤੁਹਾਡਾ ਗੁਲਾਮ ਹਾਂ ਤੇ ਤੁਹਾਡੇ ਸੇਵਕਾਂ ਦੇ ਪੈਰਾਂ ਦੀ ਧੂੜ ਹਾਂ। ਮੈਂ ਉੱਪਰ ਨਹੀਂ ਮੈਂ ਹੋਣਾ। ਮੈਂ ਇਹ ਕਹਾਂਗਾ ਕਿ ਮੈਂ ਤੁਹਾਡਾ ਗੁਲਾਮ ਹਾਂ। ਨਾਨਕ ਕਰਕੇ ਗੋਲੇ, ਗੋਲੇ ਦਾ ਅਰਥ ਵੀ ਹੁੰਦਾ ਹੈ ਗੁਲਾਮ। ਤੇ ਗੁਲਾਮ ਇਸ ਲਈ ਮਾਲਕ ਇੱਥੇ ਕਹਿ ਰਹੇ ਨੇ ਕਿਉਂਕਿ ਗੁਲਾਮ ਦੀ ਫਿਰ ਕੋਈ ਹੈਸੀਅਤ ਨਹੀਂ ਹੁੰਦੀ ਕਿ ਉਹ ਆਪਣੇ ਮਾਲਕ ਤੇ ਰੋਹਬ ਝਾੜ ਸਕੇ। ਮਾਲਕ ਕੁਝ ਵੀ ਕਰਾ ਸਕਦਾ ਹੈ ਉਹਦੇ ਤੋਂ। ਜਿੱਥੇ ਕਹੇਗਾ ਗੁਲਾਮ ਨੂੰ ਉੱਥੇ ਬੈਠੇਗਾ, ਜੋ ਕਹੇਗਾ ਉਹ ਕਰੇਗਾ, ਜੋ ਦੇਗਾ ਉਹ ਖਾਏਗਾ, ਜੋ ਦੇਗਾ ਉਹ ਪੀਏਗਾ। ਉੱਥੇ ਗੁਲਾਮ ਦੀ ਮਰਜ਼ੀ ਨਹੀਂ ਚੱਲ ਸਕਦੀ, ਨੌਕਰ ਦੀ ਜ਼ਰੂਰ ਚੱਲ ਸਕਦੀ ਹੈ। ਨੌਕਰ ਨਾ ਫਨਾ ਕਰ ਦਿੰਦਾ ਹੈ ਪਰ ਗੁਲਾਮ ਕਦੀ ਵੀ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੱਬ ਜੀ ਮੈਂ ਤੁਹਾਡਾ ਗੁਲਾਮ ਹਾਂ ਤੇ ਤੁਹਾਡੇ ਸੇਵਕਾਂ ਦੀ ਚਰਨਾਂ ਦੀ ਧੂੜ ਹਾਂ। ਚੌਪਈ ਰਤ ਰੰਗੇ ਸਤ ਸੰਗ ਸਮਾਜੂ ਸਿਮਰਨ ਬਿਨਾ ਅਨੰਤ ਨਹਿ ਕਾਜੂ। ਅਸਲ ਦੇ ਵਿੱਚ ਜਿਹੜੇ ਰੱਬ ਜੀ ਦੇ ਪ੍ਰੇਮ ਵਿੱਚ ਰੰਗੇ ਨੇ ਨਾ, ਉਹੀ ਸਤ ਸੰਗਤ ਕਰਦੇ ਨੇ, ਜਿਨ੍ਹਾਂ ਦੇ ਅੰਦਰ ਇੱਕ ਤਾਂਘ ਹੁੰਦੀ ਹੈ, ਪ੍ਰੀਤ ਹੁੰਦੀ ਹੈ। ਤੇ ਉਹੀ ਅਸਲ ਦੇ ਵਿੱਚ ਸੰਗਤ ਵਿੱਚ ਬੈਠ ਕੇ ਆਨੰਦ ਮਾਣਦੇ ਹਨ। ਤਨ ਮਨ ਸੌਂਪ ਦੀਨ ਨਿਜ ਸਾਈ ਚਾਕਰ ਪਏ ਏਕ ਲਿਵ ਲਾਈ। ਆਪਣਾ ਤਨ ਤੇ ਮਨ ਉਹ ਸੌਂਪ ਦਿੰਦੇ ਨੇ ਗੁਰੂ ਪਰਮਾਤਮਾ ਨੂੰ। ਆਪਣੇ ਰੱਬ ਦੇ ਚਰਨਾਂ ਦੇ ਵਿੱਚ ਉਹ ਲੀਨ ਹੋ ਜਾਂਦੇ ਨੇ, ਦੀਨ ਹੋ ਜਾਂਦੇ ਨੇ, ਗਰੀਬੜੇ ਬਣ ਜਾਂਦੇ ਨੇ। ਇਸ ਪ੍ਰਕਾਰ ਪਰਮਾਤਮਾ ਦੇ ਚਰਨਾਂ ਨਾਲ ਹਰ ਵੇਲੇ ਜਿਹੜਾ ਹੈ ਉਹ ਚਿੱਤ ਲਾ ਕੇ ਰੱਖਦੇ ਨੇ, ਲਿਵ ਜੋੜ ਕੇ ਰੱਖਦੇ ਹਨ। ਦਿਨ ਕੇ ਪਦ ਪੰਕਜ ਮੈਂ ਤੂਰੀ ਗੁਣ ਨਾ ਏਕ ਆਉ ਗੁਣ ਬਹੁ ਪੂਰੀ। ਤਿਨਾਂ ਦੇ ਚਰਨ ਕਮਲਾਂ ਦੀ ਧੂੜ ਆ ਮੈਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਧੂੜ ਆ ਉਹਨਾਂ ਦੇ ਚਰਨਾਂ ਦੀ। ਤੇ ਜਦੋਂ ਤੁਸੀਂ ਸਿੱਖ ਗਏ ਨਾ ਧੂੜ ਬਣਨਾ, ਤੇ ਗੁਰੂ ਸਾਹਿਬ ਜੀ ਕਹਿੰਦੇ ਉਦਣ ਹੀ ਗੁਰੂ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਉੱਚੇ ਹੋ ਜਾਓਗੇ। ਜਦੋਂ ਤੱਕ ਇਹ ਹੋਏਗਾ ਨਾ ਤੁਹਾਡੇ ਅੰਦਰ ਮੈਂ ਹਾਂ ਕੁਛ, ਤੇ ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਕੱਖ ਵੀ ਨਹੀਂ ਹੈ, ਇਹ ਚੇਤੇ ਰੱਖ ਲਈ। ਤੇ ਜਿੱਦਣ ਆ ਕੇ ਇਹ ਗੱਲ ਕਹਿ ਦਿੱਤੀ ਮੈਂ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਹਾਂ, ਮੈਂ ਕੁਛ ਵੀ ਨਹੀਂ ਹਾਂ, ਤੇ ਗੁਰੂ ਸਾਹਿਬ ਜੀ ਫਿਰ ਕਹਿਣਗੇ ਤੂੰ ਬਹੁਤ ਕੁਛ ਆ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਜਾ ਕਾ ਮਨ ਹੋਏ ਸਗਲ ਕੀ ਰੀਨਾ। ਰੀਨਾ ਦਾ ਅਰਥ ਹੁੰਦਾ ਧੂੜ, ਰੇਨ। ਤੇ ਉਹਨੇ ਰੱਬ ਨੂੰ ਵੀ ਵੇਖ ਲਿਆ। ਫਿਰ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੀਖੈ ਸਗਲ ਸ੍ਰਿਸ਼ਟ ਸਾਜਨਾ। ਜਿਨ੍ਹਾਂ ਨੇ ਆਪਣੇ ਅੰਦਰੋਂ ਦੂਸਰੇ ਪ੍ਰਤੀ ਵੈਰ ਵਿਰੋਧ ਬੁਰਾ ਭਲਾ ਸੋਚਣਾ ਕਰਨਾ ਸਭ ਛੱਡ ਦਿੱਤਾ ਨਾ, ਹਰ ਪਾਸੇ ਉਹਨਾਂ ਨੂੰ ਰੱਬ ਦਿਖਣ ਲੱਗ ਪੈਂਦਾ ਹੈ। ਆਪਸ ਕੋ ਜੋ ਜਾਣੇ ਨੀਚਾ। ਕੌਣ ਕਹਿ ਰਿਹਾ? ਗੁਰੂ ਅਰਜਨ ਦੇਵ ਮਹਾਰਾਜ ਜੀ। ਜਦੋਂ ਪਾਵਨ ਬਾਣੀ ਨੂੰ ਅਸੀਂ ਇਸ ਪ੍ਰਕਾਰ ਪੜ੍ਹਾਂਗੇ ਨਾ, ਇੱਕ ਤਾਂ ਹੁੰਦਾ ਹੈ ਕਿ ਹਾਂ ਅਸੀਂ ਪੜ੍ਹਨਾ ਹੀ ਹੈ ਜੀ, ਤੇ ਜਦੋਂ ਅਸੀਂ ਸਮਝ ਕੇ ਪੜ੍ਹਾਂਗੇ ਤੇ ਫਿਰ ਸਮਝ ਇਤਨੀ ਆ ਜਾਂਦੀ ਹੈ ਮਾਲਕ ਦੀ ਕਿਰਪਾ ਨਾਲ ਕਿ ਮਨੁੱਖ ਫਿਰ ਜਿਹੜਾ ਹੈ ਨਾ ਆਪਣੇ ਆਪ ਹੀ ਫਿਰ ਗੁਰੂ ਦੀ ਕਿਰਪਾ ਨਾਲ ਕਦਮ ਵੀ ਸਮਝ ਕੇ ਹੀ ਪੁੱਟਦਾ ਹੈ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਐ ਸਭ ਤੇ ਉੱਚਾ। ਤੇ ਗੁਰੂ ਸਾਹਿਬ ਜੀ ਇੱਥੇ ਕੀ ਕਹਿ ਰਹੇ ਨੇ? ਮਾਲਕ ਕਹਿੰਦੇ ਮੈਂ ਤੇ ਉਹਨਾਂ ਸੇਵਕਾਂ ਦੀ ਚਰਨ ਧੂੜ ਹਾਂ, ਮੇਰੇ ਵਿੱਚ ਗੁਣ ਕੋਈ ਨਹੀਂ। ਹਾਂ ਇੰਨੀ ਨਿਮਰਤਾ, ਗੁਣਾਂ ਦੇ ਭੰਡਾਰ ਨੇ ਮਾਲਕ। ਤੇ ਇਹ ਕਹਿ ਰਹੇ ਨੇ ਮੇਰੇ ਅੰਦਰ ਕੋਈ ਜਿਹੜਾ ਹੈ ਗੁਣ ਹੈ ਹੀ ਨਹੀਂ, ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ।
ਮੇਰੇ ਅੰਦਰ ਔਗਣ ਬੇਅੰਤ ਹਨ। करुणा कर साधु बख्शै मैं जो गर्व अपराधु। हे किरपा ਦੀ ਖਾਣ ਮੇਰੇ ਉੱਤੇ ਵੀ ਕਿਰਪਾ ਕਰੋ, ਮੈਂ ਵੱਡਾ ਅਪਰਾਧੀ ਹਾਂ, ਮੈਨੂੰ ਬਖਸ਼ ਲਵੋ। अधिक नम्रता के सुन बैना पई मुलाने के मन चैना। ਬੜੀ ਨਿਮਰਤਾ ਭਰੇ ਇਹ ਬਚਨ ਸੁਣ ਕੇ ਮੌਲਵੀ ਜੀ ਦੇ ਮਨ ਨੂੰ ਜਿਹੜਾ ਸਕੂਨ ਮਿਲਿਆ ਹੈ। होए कर दीन जोर जुग हाथा कहे मोहे अब करो सनाथा। ਦੋਵੇਂ ਹੱਥ ਜੋੜ ਕੇ ਤੇ ਮਸਕੀਨ ਬਣ ਕੇ, ਮਸਕੀਨ ਦਾ ਭਾਵ ਹੁੰਦਾ ਹੈ ਕਿ ਗਰੀਬੜਾ ਬਣ ਕੇ, ਨਿਮਾਣਾ ਜਿਹਾ ਬਣ ਕੇ, ਨਤਾਣਾ ਬਣ ਕੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਕਿਰਪਾ ਕਰਕੇ ਮੈਨੂੰ ਵੀ ਹੁਣ ਨਿਹਾਲ ਕਰੋ। छिमो बचन जो सन्मुख पाखे हों अनजान टीकता राखे। ਮੈਨੂੰ क्षमा ਕਰ ਦਿਓ, ਖਿਮਾ ਕਰ ਦਿਓ। ਮੈਂ ਤੁਹਾਡੇ ਕੋਲ ਆ ਕੇ ਕੁਝ ਬਚਨ ਉੱਚੇ ਨੀਵੇਂ ਬੋਲਤੇ ਹੋਣਗੇ, ਕੁਝ ਜਿਹੜਾ ਹੈ ਮਾਨੋ ਬਚਨ ਇਹੋ ਜਿਹੇ ਬੋਲੇ ਗਏ ਹੋਣਗੇ ਜੋ ਨਹੀਂ ਸੀ ਬੋਲਣੇ ਚਾਹੀਦੇ। ਇਸ ਕਰਕੇ ਸਾਨੂੰ ਮਾਫ ਕਰੋ। ਜੋ ਵੀ ਬਚਨ ਤੁਹਾਡੇ ਸਾਹਮਣੇ ਕਹੇ ਨੇ ਅਸੀਂ ਬੇਸਮਝ ਹਾਂ ਤੇ ਸਾਡੇ ਤੇ ਤੁਸੀਂ ਕਿਰਪਾ ਕਰੋ। जो तुमरे मन निष्ठा गूढ़ा को लख सके जगत नर मूढ़ा। ਇਸ ਪ੍ਰਕਾਰ ਜੋ ਤੁਹਾਡੇ ਮਨ ਵਿੱਚ ਗੂੜਾ ਵਿਸ਼ਵਾਸ ਹੈ ਨਾ, ਨਿਸ਼ਚਾ ਹੈ, ਉਸ ਨੂੰ ਜਗਤ ਦੇ ਮੂਰਖ ਮਨੁੱਖ ਜਿਹੜੇ ਪਛਾਣ ਨਹੀਂ ਸਕਦੇ, ਜਿਹੜੇ ਬੇਸਮਝ ਨੇ, ਉਹ ਨਹੀਂ ਪਛਾਣ ਸਕਦੇ। चरण शरण में कीनो परना हरो मोहे जग जन्म जो मरना। ਹੱਥ ਜੋੜ ਕੇ ਬੇਨਤੀ ਆਪਣੇ ਚਰਨਾਂ ਦੇ ਵਿੱਚ ਰੱਖੋ। ਹੁਣ ਮੈਨੂੰ ਤੁਸੀਂ, ਮੌਲਵੀ ਜੀ ਕਹਿੰਦੇ ਤੁਸੀਂ ਚਰਨਾਂ 'ਚ ਰੱਖੋ ਹੁਣ, ਤੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਦਇਆ ਦੇ ਭੰਡਾਰੇ ਕਿਰਪਾ ਕਰੋ ਮੇਰੇ ਤੇ। ਤੇ ਜਦੋਂ ਇਹ ਬਚਨ ਸੁਣੇ ਨੇ ਮੌਲਵੀ ਜੀ ਦੇ, वृद्धन ते तुम वृद्ध वडेरे कर उपदेश कटो दुख मेरे। ਤੁਸੀਂ ਵੱਡਿਆਂ ਤੋਂ ਵੱਡੇ ਹੋ, ਮੈਨੂੰ ਉਪਦੇਸ਼ ਦੇ ਕੇ ਮੇਰੇ ਦੁੱਖਾਂ ਦਾ ਨਾਸ਼ ਕਰੋ, ਜਨਮ ਮਰਨ ਦੇ ਚੱਕਰ ਤੋਂ ਮੈਨੂੰ ਬਚਾਓ। दीन बंद दुख दलन दयानिध बचन अधीन सुने जब असबिद। ਦੀਨਾਂ ਦੇ ਸੁਆਮੀ ਦਇਆ ਕਰਨ ਵਾਲੇ ਪਰਮਾਤਮਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਬੜੇ ਨਿਮਰਤਾ ਭਰੇ ਬਚਨ ਮੌਲਵੀ ਜੀ ਤੋਂ ਸੁਣੇ, दया दृष्ट देखी सुखदानी मृदुल मधुर बोले मुख बानी। ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮੌਲਵੀ ਜੀ ਤੇ ਜਿਹੜਾ ਹੈ ਦਇਆ ਵਾਲੀ ਨਜ਼ਰ ਪਾਈ ਹੈ, ਕਿਰਪਾ ਭਰੀ, ਤੇ ਸਾਰੇ ਦੁੱਖ ਨਾਸ਼ ਕਰਤੇ ਮਾਲਕ ਨੇ। ਕਿਉਂਕਿ ਗੁਰੂ ਦੀ ਦ੍ਰਿਸ਼ਟੀ ਵਿੱਚ ਬੜੀ ਬਰਕਤ ਹੈ। ਇਸ ਕਰਕੇ ਜਿਹੜਾ ਹੈ ਯਤਨ ਕਰਿਆ ਕਰੋ, ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਓ। ਕਿਉਂਕਿ ਦੋਵੇਂ ਨਜ਼ਰਾਂ ਦਾ ਜ਼ਿਕਰ ਹੈ। ਜੇ ਨਜ਼ਰ ਕਰ ਦਵੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰ। ਦੂਜੀ ਨਜ਼ਰ ਵੀ ਹੈ, ਨਦਰ ਉਪੱਠੀ ਦੇ ਕਰੇ ਸੁਲਤਾਨਾ ਕਾ ਕਰਾਏਗਾ। ਰਾਜੇ ਤੋਂ ਭਿਖਾਰੀ ਬਣਾ ਦਿੰਦਾ ਜੇ ਨਜ਼ਰ ਪੁੱਠੀ ਹੋ ਜਾਵੇ, ਤੇ ਜੇ ਸਿੱਧੀ ਨਜ਼ਰ ਪੈ ਗਈ ਫਿਰ ਇੱਕ ਭਿਖਾਰੀ ਤੋਂ ਜਿਹੜਾ ਹੈ ਭਿਖਾਰੀ ਤੇ ਰਾਜ ਕਰਾਵੇ। ਇਸ ਲਈ ਜਿਹੜਾ ਹੈ ਸਰਬ ਸ਼ਕਤੀਮਾਨ ਗੁਰੂ ਪਰਮਾਤਮਾ ਨੂੰ ਜਿਹੜਾ ਹੈ ਐਵੇਂ ਨਾ ਜਾਣੋ, ਵਿਸ਼ਵਾਸ ਰੱਖੋ, ਮਾਲਕ ਕਿਰਪਾ ਕਰੇਗਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ ਨੇ ਤੇ ਆਪਣੀ ਮਿਹਰ ਭਰੀ ਨਜ਼ਰ ਮੌਲਵੀ ਜੀ ਤੇ ਪਾਈ ਹੈ, ਤੇ ਆਪਣੇ ਮੁਖ ਤੋਂ ਸ਼ਹਿਦ ਵਰਗੇ ਮਿੱਠੇ ਬੋਲ ਬੋਲੇ ਹਨ। ਮਨ ਕੰਚਨ ਜਗ ਸਿਕਤਾ ਮਾਹੀ ਬੀਨ ਬੀਨ ਇਕਠੇ ਕਰਤਾਨੀ। ਮਨ ਰੂਪੀ ਜਿਹੜਾ ਸੋਨਾ ਹੈ ਨਾ, ਜਗਤ ਰੂਪੀ ਰੇਤ ਵਿੱਚੋਂ ਚੁਣ ਚੁਣ ਕੇ ਇਕੱਠਾ ਕਰੋ, ਗੁਰੂ ਸਾਹਿਬ ਜੀ ਕਹਿੰਦੇ। ਤੇ ਇਸ ਪ੍ਰਕਾਰ ਇਕੱਠਾ ਕਰਕੇ तप अग्नि में भगत कुठाली विषय मैल हथ लेते गाली। ਇਸ ਪ੍ਰਕਾਰ ਤਪ ਰੂਪੀ ਅੱਗ ਦੇ ਵਿੱਚ ਦੇ ਸੇਕ ਦੇ ਨਾਲ ਨਾ
ਭਗਤੀ ਰੂਪ ਜਿਹੜਾ ਹੈ ਭੱਠੀ ਵਿੱਚ ਪਾਓ। ਇਸ ਪ੍ਰਕਾਰ ਤੁਹਾਡੇ ਅੰਦਰੋਂ ਵਿਸ਼ੇ ਵਿਕਾਰ ਦੂਰ ਹੋ ਜਾਣਗੇ। अलंकार कर सरल अधीरा ते मैं जटो नाम हर हीरा। ਸਿੱਧਾ ਧੀਜ ਰੂਪ ਗਹਿਣਾ ਜਿਹੜਾ ਹੈ ਨਾ ਘੜ ਕੇ ਤੁਸੀਂ ਪਾਓ। ਰੱਬ ਦਾ ਨਾਮ ਰੂਪੀ ਹੀਰਾ ਜਿਹੜਾ ਹੈ ਜਾਣਨਾ ਕਰੋ। उर पहरावो परम पवित्रा शोभा लोकन उभय बचित्रा। ਇਹ ਧਰਮ ਜਿਹੜਾ ਹੈ ਨਾ ਪਰਮ ਪਵਿੱਤਰ ਗਹਿਣਾ ਜਿਹੜਾ ਹੈ ਨਾ ਧੀਰਜ ਵਾਲਾ ਰੱਬ ਦਾ ਨਾਮ ਰੂਪੀ ਹੀਰਾ ਜਿਹੜਾ ਹੈ ਇਹ ਆਪਣੇ ਦਿਲ ਵਿੱਚ ਪਹਿਨੋ। ਹਿਰਦੇ ਰੂਪ ਜਿਹੜਾ ਹੈ ਗਲ ਦੇ ਵਿੱਚ ਪਾਉਣਾ ਕਰੋ ਤੇ ਫਿਰ ਤੁਹਾਡੀ ਜਿਹੜਾ ਹੈ ਨਾ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਹੋਵੇਗੀ। सतनाम एक चित लिव लाई जपो दे अभिमान गवाई। ਮਾਲਕ ਜੀ ਕਹਿੰਦੇ ਨੇ ਆਪਣਾ ਘਮੰਡ ਛੱਡ ਕੇ ਨਾ ਆ ਘਮੰਡ ਜਿਹੜਾ ਹੈ ਹੰਕਾਰ ਈਗੋ ਜਿਹੜੀ ਹੈ ਇਹਨੂੰ ਛੱਡ ਕੇ ਇੱਕ ਚਿੱਤ ਹੋ ਕੇ ਸਤਨਾਮ ਦਾ ਜਾਪ ਜਪਿਆ ਕਰੋ। ਸਤਨਾਮ ਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਤੇ ਸਿੱਖਿਆ ਸਾਨੂੰ ਦਿੱਤੀ ਹੈ ਤੇ ਹਰ ਰੋਜ਼ ਦਿੰਦੇ ਨੇ। ਮਾਲਕ ਦਾ ਬਚਨ ਪੜ੍ਹਦੇ ਹੋ ਨਾ, ਜਪ ਮਨ ਸਤਨਾਮ ਸਦਾ ਸਤਨਾਮ। ਕੀ ਹੋਏਗਾ? ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਤੇਰਾ ਲੋਕ ਵੀ ਸਵਰ ਜਾਏਗਾ ਪਰ ਲੋਕ ਵੀ ਸਹਿਲਾ ਹੋ ਜਾਏਗਾ। ਇਸ ਲਈ ਮਾਲਕ ਜੀ ਇੱਥੇ ਸਮਝਾ ਰਹੇ ਨੇ, ਮੌਲਵੀ ਜੀ ਘਮੰਡ ਨੂੰ ਛੱਡ ਦਿਓ, ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਓ। सत संगत की सेव अभंगा करो सुखद नित संग उमंगा। ਇੱਕ ਰਸ ਸਤ ਸੰਗਤ ਦੀ ਸੇਵਾ ਕਰੋ ਜਿਤਨੀ ਹੋ ਸਕੇ। ਮੈਂ ਤੇ ਹਰ ਵਾਰ ਇਹੋ ਹੀ ਬੇਨਤੀ ਕਰਦਾ ਜਿੰਨੀ ਹੋ ਸਕੇ ਤੁਹਾਡੇ। ਕੋਈ 1 ਮਿੰਟ ਕਰ ਲਓ, ਜ਼ਿਆਦਾ ਨਹੀਂ। ਅੱਜ 1 ਮਿੰਟ ਕੀਤੀ ਹੈ, ਕੱਲ 5 ਮਿੰਟ ਕਰ ਲਓਗੇ, ਕੱਲ 5 ਮਿੰਟ ਕਰੋਗੇ ਫਿਰ 10 ਮਿੰਟ ਦੀ ਗੇਜ ਪੈ ਜਾਏਗੀ। ਕਿਉਂਕਿ ਸਮਾਂ ਜਿਹੜਾ ਹੈ ਇਹ ਮਤ ਸਮਝੋ ਸਾਡੇ ਕੋਲ ਸਮਾਂ ਨਹੀਂ ਹੈ, ਬਹੁਤ ਸਮਾਂ ਹੈ। ਕਦੀ ਤੁਸੀਂ ਜਿਹੜਾ ਹੈ ਇਹ ਕਰਕੇ ਵੇਖਿਓ, ਤੁਸੀਂ ਕਾਊਂਟ ਕਰਕੇ ਦੇਖਿਓ ਸਮੇਂ ਨੂੰ, ਕਿੰਨਾ ਅਸੀਂ ਜਿਹੜਾ ਹੈ ਆਪਣੀ ਪੜ੍ਹਾਈ ਵਿੱਚ ਲਿਖਾ ਰਹੇ ਹਾਂ, ਭਾਵੇਂ ਬੱਚੇ ਵੀ ਬੈਠੇ ਨੇ ਲਗਾ ਰਹੇ ਹਾਂ, ਕਿੰਨਾ ਅਸੀਂ ਖੇਡਣ ਵਿੱਚ, ਕਿੰਨਾ ਫਾਲਤੂ ਦਾ, ਕਿੰਨਾ ਸੌਣ ਵਿੱਚ, ਇਹ ਸਭ ਸਾਨੂੰ ਪਤਾ ਲੱਗ ਜਾਏਗਾ। ਉੱਦਾਂ ਹੀ ਬਜ਼ੁਰਗਾਂ ਵਾਸਤੇ ਵੱਡਿਆਂ ਵਾਸਤੇ ਵੀ ਹੈ। ਕਿੰਨਾ ਅਸੀਂ ਜਿਹੜਾ ਹੈ ਕਾਰੋਬਾਰ ਲਈ ਕਰ ਰਹੇ ਹਾਂ, ਕਿੰਨਾ ਪਰਿਵਾਰ ਲਈ ਅਤੇ ਕਿੰਨਾ ਜਿਹੜਾ ਹੈ ਅਸਲ ਦੇ ਵਿੱਚ। ਕਿਉਂਕਿ ਆਮ ਮਨੁੱਖ ਇਹੋ ਹੀ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਜੀ, ਅਤੇ ਇਸ ਲਈ ਜਿਹੜਾ ਹੈ ਉਹਨੇ ਹਾਜ਼ਰੀ ਭਰ ਕੇ ਚਲੇ ਜਾਂਦੇ ਹਾਂ। ਅਤੇ ਲਾਭ ਤਾਂ ਤੁਹਾਨੂੰ ਹੀ ਹੋਣਾ, ਸਾਨੂੰ ਥੋੜ੍ਹੀ ਹੋਣਾ। ਤੁਸੀਂ ਤੇ ਬੈਠੋ ਭਾਵੇਂ ਨਾ ਬੈਠੋ, ਸਾਡੀ ਇੱਕ ਪ੍ਰਕਾਰ ਦੀ ਡਿਊਟੀ ਹੈ। ਅਸੀਂ ਆਪਣੇ ਆਪ ਨੂੰ ਵੀ ਸਵਾਰ ਰਹੇ ਹਾਂ ਅਤੇ ਇਸ ਰਸਨਾ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਹੋਰਨਾਂ ਨੂੰ ਵੀ ਜਿਹੜਾ ਸਵਾਰਨ ਦਾ ਮੌਕਾ ਦੇ ਰਹੇ ਨੇ। ਅਤੇ ਇਸ ਲਈ ਜਿਹੜਾ ਹੈ ਮਾਲਕ ਜੀ ਕਹਿੰਦੇ ਸਤ ਸੰਗਤ ਦੀ ਸੇਵਾ ਕਰਿਆ ਕਰੋ ਜਿਤਨੀ ਵੀ ਹੋ ਸਕੇ। ਹੋਰ ਕੀ ਕਰਨਾ ਹੈ? ਕਰੋ ਸੁਖਦ ਨਿਤ ਸੰਗ ਉਮੰਗਾ। ਐ ਨਹੀਂ ਬੱਧਾ ਚੱਟੀ, ਕਹਿੰਦੇ ਉਤਸ਼ਾਹ ਦੇ ਨਾਲ ਤੁਹਾਡੇ ਅੰਦਰ ਤਾਂਘ ਹੋਣੀ ਚਾਹੀਦੀ ਹੈ ਕਿ ਹਾਂ ਅਸੀਂ ਜਿਹੜਾ ਸੇਵਾ ਕਰਨੀ ਹੈ। ਅਤੇ ਇਸ ਲਈ ਜਿਹੜਾ ਹੈ ਇਹ ਨਹੀਂ ਕਿ ਹਾਂ ਤੁਸੀਂ 4 ਦਿਨਾਂ ਬਾਅਦ ਕਰ ਲਓ, ਹਫ਼ਤੇ ਬਾਅਦ ਕਰ ਲਓ ਜੀ, ਉਹ ਤਾਂ ਕਰਨੀ ਹੈ, ਉਹ ਇੱਕ ਪ੍ਰਕਾਰ ਦੀ ਹੈ। ਪਰ ਰੂਟੀਨ ਦੀ ਜੋ ਸੇਵਾ ਹੈ ਤੁਹਾਡੀ ਕੋਈ ਨਾ ਕੋਈ ਹੋਣੀ ਚਾਹੀਦੀ ਹੈ। ਉਹ ਭਾਵੇਂ ਤੁਸੀਂ ਇੱਥੇ ਕਰੋ ਅਤੇ ਭਾਵੇਂ ਕਿਤੇ ਜਿਹੜਾ ਹੈ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹ ਲਿਓ, ਕਿਤੇ ਹਿੰਦੀ ਵਿੱਚ ਵੀ ਨੇ, ਤੁਸੀਂ ਨੈੱਟ 'ਤੇ ਸਰਚ ਵੀ ਕਰ ਸਕਦੇ ਹੋ, ਉਹਨਾਂ ਦਾ ਜੀਵਨ ਪੜ੍ਹ ਕੇ ਦੇਖਿਓ। ਭਗਤ ਪੂਰਨ ਸਿੰਘ ਜੀ ਬਾ ਕਮਾਲ ਜੀਵਨ ਹੈ। ਉੱਦਾਂ ਦਾ ਤਾਂ ਜੀਵਨ ਇੱਦਾਂ ਦਾ ਹੈ ਕਿ ਉਹ ਰਸਤੇ ਵਿੱਚ ਵੀ ਚੱਲਦੇ ਸਨ ਨਾ, ਕਿਤੇ ਰਸਤੇ ਦੇ ਵਿੱਚੋਂ ਵਿੱਚ ਗੋਬਰ ਪਿਆ ਹੋਏ, ਉਹਨਾਂ ਨੇ ਆਪਣੇ ਹੱਥੀਂ ਚੁੱਕ ਕੇ ਸਾਈਡ 'ਤੇ ਕਰ ਦੇਣਾ ਕਿ ਕਿਸੇ ਨੂੰ ਗੰਦਗੀ ਨਾ ਲੱਗੇ। ਕੋਈ ਕਿੱਲ ਵੀ ਪਿਆ ਹੋਣਾ ਨਾ, ਉਹ ਵੀ ਚੁੱਕ ਕੇ ਜੇਬ 'ਚ ਪਾ ਲੈਣਾ ਕਿ ਕਿਸੇ ਵੱਜ ਨਾ ਜਾਵੇ। ਅਤੇ ਸਾਨੂੰ ਆਪਣਾ ਪਤਾ ਹੈ ਕੀ ਹੈ। ਸੋ ਮਾਲਕ ਜੀ ਇੱਥੇ ਸਮਝਾ ਰਹੇ ਨੇ, ਮੌਲਵੀ ਜੀ ਕੇਵਲ ਮੌਲਵੀ ਜੀ ਨੂੰ ਨਹੀਂ ਸਮਝਾ ਰਹੇ, ਅਸੀਂ ਵੀ ਸਮਝ ਰਹੇ ਹਾਂ। ਸਾਡੇ ਵਾਸਤੇ ਵੀ ਸਿੱਖਿਆ ਹੈ। ਸਤ ਸੰਗਤ ਦੇ ਵਿੱਚ ਆਓ, ਚਿੱਤ ਨਾਲ ਬੈਠੋ,
ਉਤਸ਼ਾਹ ਦੇ ਨਾਲ ਸੇਵਾ ਕਰੋ। बचना युद्ध के संग मुलाना, कायल पातन सुध बिसराना। ਮੌਲਵੀ ਜੀ ਨੇ ਜਦੋਂ ਇਹ ਬਚਨ ਸੁਣੇ ਨੇ ਨਾ, ਗੁਰੂ ਸਾਹਿਬ ਜੀ ਦੇ ਐਂ ਬਚਨ ਜਿਹੜੇ ਤੀਰ ਵਾਂਗ ਲੱਗੇ ਨੇ ਕਲੇਜੇ ਵਿੱਚ, ਹਿਰਦੇ ਵਿੱਚ, ਘਾਇਲ ਹੋ ਗਿਆ। ਇਸ ਪ੍ਰਕਾਰ ਮਨ ਤਨ ਦੀ ਜਿਹੜੀ ਹੈ ਨਾ ਸੋਝੀ ਭੁੱਲ ਗਈ, ਖੋ ਗਿਆ ਗੁਰੂ ਦੇ ਬਚਨਾਂ ਦੇ ਵਿੱਚ। अति खन सौंपित गयो मरमु, छिदे अंग हाँ मैं संग परमु। ਉਹਨਾਂ ਦਾ ਹਿਰਦਾ ਜਿਹੜਾ ਹੈ ਬੜਾ ਡੂੰਘਾ ਵਿੰਨਿਆ ਗਿਆ, ਬੜਾ ਅਸਰ ਹੋਇਆ ਉਹਨਾਂ ਤੇ। ਤੇ ਇਸ ਪ੍ਰਕਾਰ ਭਰਮ ਜੋ ਸੀ, ਹਉਮੈ ਸੀ, ਸਾਰੇ ਜਿਹੜੇ ਅੰਗ ਸਨ ਜਿਹੜੇ ਨੇ ਨਾ ਉਹ ਸਭ ਛੇਦੇ ਗਏ, ਵਿੰਨੇ ਗਏ। ਮਾਲਕ ਨੇ ਕਿਰਪਾ ਕਰ ਦਿੱਤੀ। जगत असार जान दुख खानी, श्री गुर की महिमा पहचानी। ਇਸ ਜਗਤ ਨੂੰ ਦੁੱਖਾਂ ਦੀ ਖਾਣ ਸਮਝ ਕੇ ਮੌਲਵੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਪਛਾਣ ਲਈ ਹੈ। बंद हाथ दो करी सुबंधन, तुम के मम अज्ञान निकंदन। ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮੌਲਵੀ ਜੀ ਮੈਂ ਅਗਿਆਨੀ, ਤੁਸੀਂ ਜਿਹੜਾ ਹੈ ਅਗਿਆਨਤਾ ਦੂਰ ਕਰਨ ਵਾਲੇ ਹੋ। ਇਸ ਕਰਕੇ ਜਿਹੜਾ ਹੈ ਮੇਰੀ ਜ਼ੁਬਾਨ ਦੇ ਵਿੱਚ ਇਤਨੀ ਤਾਕਤ ਨਹੀਂ ਕਿ ਤੁਹਾਡੇ ਪ੍ਰਤੀ ਮੈਂ ਸ਼ੋਭਾ ਦੇ ਬੋਲ ਬੋਲ ਸਕਾਂ, ਕਿਉਂਕਿ ਮੈਂ ਅਗਿਆਨੀ ਹਾਂ। पूरन पुरख रूप हर साधु, नरन उधारो बुद्ध अगाधु। ਇਸ ਪ੍ਰਕਾਰ ਤੁਸੀਂ ਪੂਰਨ ਪੁਰਖ ਹੋ, ਰੱਬ ਦਾ ਰੂਪ ਹੋ, ਸ੍ਰੇਸ਼ਟ ਬੁੱਧੀ ਵਾਲੇ ਹੋ। ਤੁਸੀਂ ਸੰਸਾਰਕ ਜੀਵਾਂ ਦਾ ਉਧਾਰ ਕਰਨ ਵਾਲੇ ਹੋ। कमल बदन ज्यों तुम उर आवे, तस विद करो न को उलटावे। ਅਸਲ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਦਿਲ ਵਿੱਚ ਆਉਂਦੀ ਹੈ ਨਾ, ਤੁਸੀਂ ਉਸੇ ਪ੍ਰਕਾਰ ਹੀ ਜਿਹੜਾ ਕਰਦੇ ਹੋ। ਭਾਵ ਕਿਸੇ ਤੋਂ ਸਲਾਹ ਮਸ਼ਵਰਾ ਨਹੀਂ, ਕੋਈ ਇਹ ਨਹੀਂ ਕਿ ਸੰਸਾਰ ਮੁਤਾਬਕ ਕੁਝ ਕਰਨਾ, ਨਹੀਂ। ਜੋ ਠੀਕ ਹੈ ਸੋ ਠੀਕ ਹੈ, ਉਹ ਕਰਨਾ ਹੀ ਹੈ। ਆਮ ਮਨੁੱਖ ਸੋਚਦਾ ਹੈ ਦੁਨੀਆ ਕੀ ਕਹੇਗੀ, ਜੇ ਮੈਂ ਆਹ ਕੁਝ ਕੀਤਾ ਤੇ ਇਦਾਂ ਕੀ ਹੋਏਗਾ। ਭਾਵੇਂ ਉਹ ਸਹੀ ਹੈ, ਪਰ 100 ਵਾਰ ਮਨੁੱਖ ਇਸੇ ਕਰਕੇ ਸੋਚਦਾ ਹੈ ਕਿ ਦੁਨੀਆ ਕੀ ਕਹੇਗੀ। ਮਾਲਕ ਜੀ ਤੁਸੀਂ ਜਿਹੜਾ ਹੈ ਸੋਚ ਵਿਚਾਰ ਨਹੀਂ ਕਰਦੇ, ਜੋ ਦਿਲ ਵਿੱਚ ਆਇਆ ਹੈ ਨਾ ਸੱਤ ਹੈ ਤੇ ਤੁਸੀਂ ਉਹ ਕਰਨਾ ਹੀ ਹੈ। मैं अब सुनियो जो तुम उपदेशु, जपो नाम तज जगत कलेश। ਇਸ ਕਰਕੇ ਮੈਂ ਤੁਹਾਡੇ ਤੋਂ ਜੋ ਉਪਦੇਸ਼ ਸੁਣਿਆ ਹੈ ਨਾ, ਹੁਣ ਮੈਂ ਦੁਨੀਆ ਦੇ ਸਾਰੇ ਕਲੇਸ਼ ਛੱਡ ਕੇ ਨਾ, ਇਹ ਜੰਜਾਲ ਛੱਡ ਕੇ, ਭਾਵ ਰਵਾਂਗਾ ਦੁਨੀਆ 'ਚ, ਪਰ ਦੁਨੀਆ ਤੋਂ ਉੱਪਰ ਉੱਠ ਜਾਵਾਂਗਾ। ਤੇ ਕੀ ਕਰਾਂਗਾ? ਜਪੋ ਨਾਮ, ਵਾਹਿਗੁਰੂ ਦਾ ਨਾਮ, ਸਤਿਨਾਮ ਜਿਹੜਾ ਹੈ ਉਹ ਜਪਣਾ ਕਰਾਂਗਾ। अस के गमनियो ताम मुलाना, मैं के सोते बचन बखाना। ਇਸ ਤਰ੍ਹਾਂ ਕਹਿ ਕੇ ਮੌਲਵੀ ਜੀ ਆਪਣੇ ਘਰ ਨੂੰ ਗਏ ਨੇ ਤੇ ਉਹਨਾਂ ਨੇ ਕੋਈ ਗੱਲ ਕਿਸੇ ਨਾਲ ਨਹੀਂ ਕੀਤੀ। परमेश्वर दिश प्रीत सुजागी, बिखियन त्याग एक लिग लागी। ਇਸ ਪ੍ਰਕਾਰ ਪਰਮਾਤਮਾ ਦੇ ਨਾਲ ਉਹਨਾਂ ਦੀ ਪ੍ਰੀਤ ਜਿਹੜਾ ਪੈ ਗਈ, ਅੰਦਰ ਇੱਕ ਤਾਂਘ ਪੈਦਾ ਹੋ ਗਈ ਤੇ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਫਿਰ ਰੱਬ ਜੀ ਦੀ ਭਗਤੀ ਦੇ ਵਿੱਚ ਮੌਲਵੀ ਜੀ ਲੀਨ ਹੋ ਗਏ। जीवत जपत रहियो सो नामो, अंत काल गमनियो हर तामो। ਜਿੰਨਾ ਚਿਰ ਜਿਉਂਦੇ ਰਹੇ ਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੰਨਾ ਚਿਰ ਮੌਲਵੀ ਜਿਉਂਦਾ ਰਿਹਾ ਹੈ ਨਾ, ਉਹਨਾਂ ਚਿਰ ਰੱਬ ਰੱਬ ਹੀ ਕਰਦਾ ਰਿਹਾ, ਜੰਜਾਲ ਛੱਡ ਦਿੱਤੇ। ਤੇ ਮਰਨ ਉਪਰੰਤ ਉਹ ਸਿੱਧਾ ਰੱਬ ਜੀ ਦੇ ਘਰ ਦੇ ਵਿੱਚ ਚਲਾ ਗਿਆ, ਟਿਕਾਣਾ ਮਿਲ ਗਿਆ। ਪਰਮਾਤਮਾ ਦੀ ਭਗਤੀ ਕਰਕੇ ਗੁਰੂ ਦਾ ਉਪਦੇਸ਼ ਇੱਕ ਵਾਰ ਸੁਣਿਆ ਤੇ ਮੌਲਵੀ ਦਾ ਜੀਵਨ ਪਲਟ ਗਿਆ। ਤੇ ਅਸੀਂ ਤੇ ਰੋਜ਼ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ। ਹੁਣ ਅਸੀਂ ਜਿਹੜਾ ਹੈ ਮਨ ਨੂੰ ਸਮਝਾਈਏ, ਮਨਾ ਅਸਲ ਦੇ ਵਿੱਚ ਹੋਰ ਕਿੰਨਾ ਕੁ ਟਾਈਮ ਚਾਹੀਦਾ ਤੈਨੂੰ? ਸਮਾਂ ਬੜਾ ਸੀਮਤ ਹੈ ਸਾਡੇ ਕੋਲ। ਪਤਾ ਨਹੀਂ ਸਵੇਰੇ ਹੋਣੀ ਹੈ, ਵੇਖਾਂਗੇ ਕਿ ਨਹੀਂ ਵੇਖਾਂਗੇ, ਸਾਨੂੰ ਨਹੀਂ ਪਤਾ ਹੈ। ਜੁੜ ਜਾਈਏ, ਅਕਾਲ ਪੁਰਖ ਦੀ ਭਗਤੀ ਕਰੀਏ, ਮਾਲਕ ਬਖਸ਼ਿਸ਼ਾਂ ਕਰੇ, ਜੀਵਨ ਨੂੰ ਸਵਾਰੋ। ਜਿਵੇਂ ਬਾਬਾ ਜੁਝਾਰ ਸਿੰਘ ਜੀ, ਆਰਬਲਾ ਕੇਵਲ ਜਿਹੜਾ ਹੈ ਉਹਨਾਂ ਦੀ 14 ਸਾਲ ਦੀ ਹੈ। 14 ਸਾਲ ਦਾ ਜੀਵਨ ਜਿਹੜਾ ਹੈ ਉਹ ਬਾਕਮਾਲ ਹੈ। 1691 ਈਸਵੀ ਦਾ ਜਨਮ ਹੈ ਬਾਬਾ ਜੀ ਦਾ, ਅਨੰਦਪੁਰ ਸਾਹਿਬ ਦੀ ਧਰਤੀ ਤੇ, ਬਾਬਾ ਜੁਝਾਰ ਸਿੰਘ ਜੀ।
ਤੇ ਸ਼ਹਾਦਤ ਆਪ ਨੂੰ ਪਤਾ ਹੈ ਚਮਕੌਰ ਦੀ ਗੜੀ। ਤੇ ਇਹੋ ਜਿਹਾ ਜੀਵਨ ਕਿ ਆਪਣੇ ਸਰੀਰ ਨੂੰ ਜਿਹੜਾ ਹੈ ਗੁਰੂ ਪ੍ਰਮਾਤਮਾ ਪ੍ਰਤੀ, ਧਰਮ ਪ੍ਰਤੀ, ਕੌਮ ਪ੍ਰਤੀ, ਜਿਹੜਾ ਹੈ ਸੱਚ ਦੇ ਪ੍ਰਤੀ, ਸਿਧਾਂਤਾਂ ਪ੍ਰਤੀ 14 ਸਾਲ ਦੀ ਉਮਰ ਵਿੱਚ ਵੀ ਜੰਗੇ ਮੈਦਾਨ ਦੇ ਵਿੱਚ ਜਾਣ ਦੀ ਖਵਾਇਸ਼ ਰੱਖਦੇ ਨੇ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਜਦੋਂ ਜਾ ਕੇ ਬੇਨਤੀ ਕੀਤੀ ਨਾ, ਗੁਰੂ ਸਾਹਿਬ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਵੀ ਆਗਿਆ ਦਿਓ। ਤੇ ਗੁਰੂ ਸਾਹਿਬ ਜੀ ਕਹਿੰਦੇ ਚੱਲੇ ਤਾਂ ਹੋ, ਮੈਂ ਰੋਕੂੰਗਾ ਨਹੀਂ, पर एक ख्वाहिश है तेग चलाते हुए देखें, आँख से हम बरशी तुम्हें खाते हुए देखें। तेहो जिहा जीवन है। आनंदपुर साहब तो लैके चमकौर दी गढ़ी तक बाबा जी का 14 साल का जीवन जो उन्होंने किया है वो साडे सामने है। इसे करके आपां जिंदा छोटियां ने साके वड्डे उन्होंने कीते ने, इस करके आपां बाबा जी सत्कार नाल कहने हैं उमरां छोटियां ने पर परोपकार बड़े वड्डे ने। बाबा जी दे पावन जन्म दिहाड़े दियां आप सरबत साध संगत नूं दास वालों समूह स्टाफ गुरुद्वारा प्रबंधक कमेटी वालों लख लख वधाइयां जी। वाहिगुरू जी का खालसा, वाहिगुरू जी की फतेह। हे अच्युत हे हे पूरन हे सर्ब मैं, हे संगी हे निरंकार, हे गोविंद हे गुण निधान, हे अपरंपर हर हरे, हे संता कै सदा संग, हे ठाकुर हों दासरो, नानक दीजै नामदार, आए प्रभ शरणागति, एक अखर हर मन बसत, आए प्रभ शरणागति, एक अखर हर मन बसत। वाहिगुरू जी का खालसा, वाहिगुरू जी की फतेह।